ਚਾਕਲੇਟ ਚੀਜ਼ ਤੇ ਘੜੀਆਂ ਨੂੰ ਛੱਡ ਕੇ ਸਵਿਟਜ਼ਰਲੈਂਡ ਇੱਕ ਹੋਰ ਚੀਜ਼ ਲਈ ਬਹੁਤ ਫੇਮਸ ਆ। ਸਵਿਸ ਬੈਂਕਸ। ਖਬਰਾਂ 'ਚ ਆਪਾਂ ਨੂੰ ਆਮ ਹੀ ਦੇਖਣ ਨੂੰ ਮਿਲਦਾ ਕਿ ਫਲਾਣੇ ਪੋਲੀਟੀਸ਼ੀਅਨ ਦਾ ਪੈਸਾ ਸਵਿਸ ਬੈਂਕਸ 'ਚ ਪਿਆ ਹੋਇਆ। ਹਾਲੀਵੁੱਡ ਦੀਆਂ ਫਿਲਮਾਂ ਲਾ ਲਓ, ਬਾਲੀਵੁੱਡ ਦੀਆਂ ਫਿਲਮਾਂ ਲਾ ਲਓ, ਉਹਦੇ 'ਚ ਦਿਖਾਇਆ ਜਾਂਦਾ ਕਿ ਕਿੱਦਾਂ ਕੋਈ ਅਮੀਰ ਜਾਂ ਗੁੱਡਾ ਆਪਦਾ ਪੈਸਾ ਸਵਿਸ ਬੈਂਕਸ 'ਚ ਸਟੋਰ ਕਰਦਾ। ਹੁਣ ਸਵਾਲ ਆਉਂਦਾ ਵੀ ਜੇ ਸਭ ਨੂੰ ਪਤਾ ਹੀ ਆ ਵੀ ਸਵਿਸ ਬੈਂਕਸ 'ਚ ਇੰਨੀ ਬਲੈਕ ਮਨੀ ਪਈ ਹੋਈ ਆ ਤਾਂ ਇਹ ਵਾਪਸ ਕਿਉਂ ਨਹੀਂ ਲੈ ਆਉਂਦੇ? ਤੇ ਜੇ ਸੱਚ ਪੁੱਛੋ ਤਾਂ ਇਹ ਮੁਮਕਿਨ ਵੀ ਨਹੀਂ ਇਹ ਪੈਸਾ ਵਾਪਸ ਲੈ ਕੇ ਆਉਣਾ। ਉਹਦੇ ਤੋਂ ਪਹਿਲਾਂ ਇਹ ਸਮਝ ਲੈਂਦੇ ਆ ਵੀ ਬਲੈਕ ਮਨੀ ਕੀ ਹੁੰਦੀ ਆ। ਗਵਰਨਮੈਂਟ ਦੇ ਅਕੋਰਡਿੰਗ ਜਿਹੜੇ ਪੈਸੇ ਦੇ ਲੈਣ ਦੇਣ ਬਾਰੇ ਸਰਕਾਰ ਨੂੰ ਨਹੀਂ ਪਤਾ ਤੇ ਜਿਹੜੇ ਪੈਸੇ ਤੇ ਟੈਕਸ ਪੇ ਨਹੀਂ ਕੀਤਾ ਗਿਆ ਉਹ ਬਲੈਕ ਮਨੀ ਆ। ਸਵਿਸ ਬੈਂਕਸ ਕਿੱਦਾਂ ਬਣੇ, ਕਿਹੜੇ ਕਾਨੂੰਨ ਆ ਜਿਹੜੇ ਇਹ ਬੈਂਕਸ ਨੂੰ ਇੰਨਾ ਪ੍ਰੋਟੈਕਟ ਕਰਕੇ ਰੱਖਦੇ ਆ, ਤੇ ਸਵਿਸ ਬੈਂਕਸ ਦੇ ਕੰਮ ਕਰਨ ਦਾ ਤਰੀਕਾ ਕੀ ਆ, ਸਭ ਜਾਣਾਂਗੇ ਆ ਵੀਡੀਓ 'ਚ। ਅੱਗੇ ਵਧਣ ਤੋਂ ਪਹਿਲਾਂ ਇਹ ਸਮਝ ਲਓ ਕਿ ਜਦੋਂ ਆਪਾਂ ਕਹਿੰਦੇ ਆ ਸਵਿਸ ਬੈਂਕਸ, ਇਹਦਾ ਮਤਲਬ ਆ ਕਿ ਸਵਿਟਜ਼ਰਲੈਂਡ ਦੇ ਬੈਂਕਸ, ਤੇ ਇੱਥੇ ਕਈ ਬੈਂਕਸ ਨੇ, ਪਰ ਜਿਹੜੇ ਬੈਂਕਸ ਇੱਥੇ ਜ਼ਿਆਦਾ ਫੇਮਸ ਨੇ ਉਹ ਨੇ ਕ੍ਰੈਡਿਟ ਸਵਿਸ ਤੇ UBS ਗਰੁੱਪ ਬੈਂਕ। ਤੇ ਇਹ ਟੋਟਲ 11 ਲੱਖ ਕਰੋੜ ਦਾ 50% ਪੈਸਾ ਸਿਰਫ ਆ ਦੋ ਬੈਂਕਸ ਕੋਲ ਆ। ਸਵਿਟਜ਼ਰਲੈਂਡ ਸਾਈਜ਼ 'ਚ ਦੇਸ਼ ਕੇਰਲਾ ਤੋਂ ਬਸ ਥੋੜਾ ਹੀ ਵੱਡਾ। ਨਾ ਇਸ ਦੇਸ਼ ਕੋਲ ਕੋਈ ਨੈਚੁਰਲ ਰਿਸੋਰਸ ਆ, ਨਾ ਇਹ ਦੇਸ਼ ਕੋਈ ਸਮੁੰਦਰ ਕੰਢੇ ਜਾਂ ਦਰਿਆ ਕੰਢੇ ਲੱਗਦਾ ਵੀ ਜਿੱਥੇ ਪੋਰਟਸ ਬਣਾਏ ਜਾ ਸਕਣ, ਨਾ ਕੋਈ ਸਸਤੀ ਲੇਬਰ ਮਾਰਕੀਟ। ਪਹਾੜੀ ਇਲਾਕਾ ਹੋਣ ਕਰਕੇ ਇੱਥੇ ਕੋਈ ਏਡਾ ਤਕੜਾ ਇਨਫਰਾਸਟ੍ਰਕਚਰ ਬਿਲਡ ਨਹੀਂ ਕੀਤਾ ਜਾ ਸਕਦਾ। ਇੱਥੋਂ ਤੱਕ ਕਿ ਦੇਸ਼ ਦੀ ਕੋਈ ਡਿਸਾਈਡਡ ਨੈਸ਼ਨਲ ਭਾਸ਼ਾ ਤੱਕ ਨਹੀਂ। ਫਿਰ ਵੀ ਅਮੀਰ ਦੇਸ਼ਾਂ ਦੀ ਲਿਸਟ 'ਚ ਇਹ ਦੇਸ਼ ਟੌਪ 10 'ਚ ਆਉਂਦਾ। ਇਹ ਸਭ ਮੁਮਕਿਨ ਹੋਇਆ ਸਵਿਟਜ਼ਰਲੈਂਡ ਦੀ ਬੈਂਕਿੰਗ ਕਰਕੇ। ਚਲੋ ਇੱਥੋਂ ਦੇ ਬੈਂਕਸ ਦੀ ਥੋੜੀ ਜਿਹੀ ਹਿਸਟਰੀ ਜਾਣਦੇ ਆ ਵੀ ਕਿੱਦਾਂ ਇਹ ਬੈਂਕਸ ਇੰਨੇ ਸਟਰੋਂਗ ਬਣੇ। ਸਾਲ 1713 ਕਾਉਂਸਲ ਆਫ ਜਨੇਵਾ ਇੱਕ ਲਾਅ ਪਾਸ ਕਰਦੀ ਆ ਕਿ ਸਵਿਟਜ਼ਰਲੈਂਡ ਦਾ ਕੋਈ ਵੀ ਬੈਂਕ ਆਪਦੇ ਕਸਟਮਰਸ ਦੀ ਇਨਫੋਰਮੇਸ਼ਨ ਕਿਸੇ ਨਾਲ ਵੀ ਸ਼ੇਅਰ ਨਹੀਂ ਕਰ ਸਕਦਾ, ਇੱਥੋਂ ਤੱਕ ਕਿ ਸਰਕਾਰ ਨਾਲ ਵੀ ਨਹੀਂ। ਬਸ ਇੰਨਾ ਕਹਿਣ ਦੀ ਦੇਰ ਸੀ ਕਿ ਯੂਰਪ ਦੇ ਤਗੜੇ ਲੋਕ ਆਪਦਾ ਪੈਸਾ ਇਹ ਸਵਿਸ ਬੈਂਕ 'ਚ ਜਮ੍ਹਾਂ ਕਰਨ ਲੱਗੇ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਹੁਣ ਕਿਸੇ ਕੋਲ ਕੋਈ ਅਥਾਰਟੀ ਨਹੀਂ ਕਿ ਕੋਈ ਉਹਨਾਂ ਨੂੰ ਕੁਐਸਚਨ ਕਰ ਸਕੇ ਉਹਨਾਂ ਦੇ ਪੈਸੇ। ਜਿੱਥੇ ਬਾਕੀ ਯੂਰੋਪੀਅਨ ਦੇਸ਼ ਇੱਕ ਦੂਜੇ ਨਾਲ ਲੜ ਕੇ ਤੇ ਇੱਕ ਦੂਜੇ ਨੂੰ ਮਾਰ ਕੇ ਆਪਦਾ ਐਮਪਾਇਰ ਵੱਡਾ ਕਰ ਰਹੇ ਸੀ, ਸਵਿਟਜ਼ਰਲੈਂਡ ਨੂੰ ਇਹ ਗੱਲ ਸਮਝ ਆ ਗਈ ਸੀ ਕਿ ਉਹ ਬੈਂਕਿੰਗ ਤੇ ਫਾਈਨੈਂਸ਼ੀਅਲ ਇੰਡਸਟਰੀ ਨਾਲ ਆਪਦਾ ਦੇਸ਼ ਹੋਰ ਮਜ਼ਬੂਤ ਕਰਨਗੇ। ਫੇਰ ਸਾਲ ਆਉਂਦਾ 1815। ਕਾਂਗਰਸ ਆਫ ਵੀਏਨਾ ਇਹ ਕਹਿ ਦਿੰਦੀ ਆ ਕਿ ਸਵਿਟਜ਼ਰਲੈਂਡ ਇੰਟਰਨੈਸ਼ਨਲੀ ਨਿਊਟਰਲ ਰਹੂਗਾ। ਹੁਣ ਇਹਦਾ ਮਤਲਬ ਕੀ ਆ ਵੀ ਸਵਿਟਜ਼ਰਲੈਂਡ ਹੁਣ ਕਿਸੇ ਵੀ ਜੰਗ 'ਚ ਹਿੱਸਾ ਨਹੀਂ ਲਊਗਾ। ਜੇ ਕੋਈ ਵੀ ਦੋ ਦੇਸ਼ ਆਪਸ 'ਚ ਲੜਦੇ ਆ ਤਾਂ ਸਵਿਟਜ਼ਰਲੈਂਡ ਕਿਸੇ ਵੀ ਸਾਈਡ ਤੋਂ ਇਹ ਜੰਗ 'ਚ ਸ਼ਾਮਿਲ ਨਹੀਂ ਹੋਊਗਾ। ਹੁਣ ਇਹ ਲਾਅ ਕਰਕੇ ਅਮੀਰ ਲੋਕਾਂ ਦਾ ਯਕੀਨ ਹੋਰ ਵੱਧ ਜਾਂਦਾ, ਕਿਉਂਕਿ ਜਿਹੜੇ ਦੇਸ਼ 'ਚ ਪੋਲੀਟੀਕਲ ਸਟੇਬਿਲਿਟੀ ਹੋਊਗੀ, ਕਿਸੇ ਨਾਲ ਕੋਈ ਜੰਗ ਦਾ ਖਤਰਾ ਨਹੀਂ ਹੋਊਗਾ, ਉੱਥੇ ਲੋਕ ਆਪਦਾ ਪੈਸਾ ਸਟੋਰ ਕਰਨਾ ਸੇਫ ਫੀਲ ਕਰਨਗੇ। ਇੱਕ ਜੰਗ ਵਿੱਚ ਨਿਊਟਰਲ ਰਹਿਣ ਦਾ ਫਾਇਦਾ ਆਪਾਂ ਹੁਣੇ ਦੇਖਿਆ। ਰਸ਼ੀਆ ਤੇ ਯੂਕਰੇਨ ਦੀ ਵਾਰ 'ਚ ਜਦੋਂ ਸਾਰੀਆਂ ਵੈਸਟਰਨ ਕੰਟਰੀਜ਼ ਨੇ ਇੱਕ ਸਾਈਡ ਲੈ ਲਈ ਸੀ, ਇੰਡੀਆ ਨੇ ਆਪਦੀ ਪੋਜੀਸ਼ਨ ਨਿਊਟਰਲ ਰੱਖੀ, ਤੇ ਇਸ ਚੀਜ਼ ਦਾ ਫਾਇਦਾ ਇੰਡੀਆ ਨੂੰ ਹੋਇਆ ਸਸਤਾ ਤੇਲ ਇੰਪੋਰਟ ਕਰਕੇ ਰਸ਼ੀਆ ਤੋਂ। ਵਰਲਡ ਵਾਰ 1, ਵਰਲਡ ਵਾਰ 2, ਕੋਲਡ ਵਾਰ, ਜਦੋਂ ਸਾਰੇ ਦੇਸ਼ ਮਜਬੂਰ ਸੀ ਕੋਈ ਨਾ ਕੋਈ ਸਾਈਡ ਲੈਣ ਲਈ, ਸਵਿਟਜ਼ਰਲੈਂਡ ਆਪਦੇ ਵੱਲੋਂ ਕਲੀਅਰ ਸੀ ਕਿ ਉਹ ਕਿਸੇ ਵੀ ਸਾਈਡ ਤੇ ਜੁਆਇਨ ਨਹੀਂ ਕਰੂਗਾ ਤੇ ਉਹ ਨਿਊਟਰਲ ਰਹੂਗਾ। ਨਿਊਟਰਲ ਰਹਿਣ ਕਰਕੇ ਵਰਲਡ ਵਾਰ 2 ਵੇਲੇ ਸਵਿਟਜ਼ਰਲੈਂਡ ਦੇ ਬੈਂਕਸ ਨਾਜ਼ੀ ਗੋਲਡ ਵੀ ਜਮ੍ਹਾਂ ਕਰ ਰਹੇ ਸੀ ਤੇ ਜੂਇਸ਼ ਲੋਕਾਂ ਦਾ ਪੈਸਾ ਵੀ ਜਮ੍ਹਾਂ ਕਰ ਰਹੇ ਸੀ। 1501 ਤੋਂ ਲੈ ਕੇ ਅੱਜ ਤੱਕ ਸਵਿਟਜ਼ਰਲੈਂਡ ਕਦੇ ਕਿਸੇ ਨਾਲ ਜੰਗ ਤੇ ਨਹੀਂ ਗਿਆ। ਅੱਜ ਦੀ ਡੇਟ 'ਚ ਇਹ ਬੈਂਕਸ ਇੰਨੇ ਸਿਕਿਉਰ ਨੇ ਕਿ ਭਾਵੇਂ ਕੋਈ ਗਲੋਬਲ ਮਾਰਕੀਟ ਕ੍ਰੈਸ਼ ਹੋ ਜੇ, ਭਾਵੇਂ ਹੋਮ ਕੰਟਰੀ 'ਚ ਤੁਹਾਡੇ ਤੇ ਕੋਈ ਫਰਾਡ ਚਾਰजेस ਪੈ ਜਾਣ, ਤੁਹਾਡੇ ਸਵਿਸ ਬੈਂਕ ਵਾਲੇ ਪੈਸੇ ਨੂੰ ਕੋਈ ਹੱਥ ਵੀ ਨਹੀਂ ਲਾ ਸਕਦਾ। ਫ੍ਰੈਂਚ ਗਵਰਨਮੈਂਟ ਨੂੰ ਦਿੱਕਤ ਸੀ ਕਿ ਸਵਿਸ ਬੈਂਕਸ ਇੰਨਾ ਪੈਸਾ ਜਮ੍ਹਾਂ ਕਰ ਰਹੇ ਆ ਤੇ ਇਹ ਪੈਸੇ ਤੇ ਕੋਈ ਟੈਕਸ ਵੀ ਨਹੀਂ ਦਿੱਤਾ ਜਾ ਰਿਹਾ। ਇਹ ਉਹ ਟਾਈਮ ਸੀ ਜਦੋਂ ਪੂਰੀ ਦੁਨੀਆ ਗ੍ਰੇਟ ਡਿਪਰੈਸ਼ਨ 'ਚ ਸੀ, ਇਤਿਹਾਸ ਦੀ ਸਭ ਤੋਂ ਵੱਡੀ ਆਰਥਿਕ ਤੰਗੀ, ਤੇ ਦੂਜੀ ਸਾਈਡ ਸਵਿਟਜ਼ਰਲੈਂਡ 'ਚ ਕੈਸ਼ ਦਾ ਇਨਫਲੋ ਵਧੀ ਜਾ ਰਿਹਾ ਸੀ। ਫਿਰ ਆਉਂਦਾ ਸਾਲ 1932। ਫ੍ਰੈਂਚ ਅਥਾਰਟੀਜ਼ ਸਵਿਸ ਬੈਂਕ ਦੀ ਇੱਕ ਪੈਰਿਸ ਬ੍ਰਾਂਚ ਤੇ ਰੇਡ ਕਰ ਦਿੰਦੇ ਆ, ਪਰ ਇਹਦੇ ਨਾਲ ਹੱਲ ਕੋਈ ਨਹੀਂ ਨਿਕਲਦਾ, ਬਲਕਿ ਸਵਿਟਜ਼ਰਲੈਂਡ ਆਪਦੇ ਬੈਂਕਸ ਨੂੰ ਹੋਰ ਸਿਕਿਉਰ ਕਰਨ 'ਚ ਲੱਗ ਜਾਂਦਾ। ਇਹ ਘਟਨਾ ਦੇ 2 ਸਾਲ ਬਾਅਦ 1934 ਵਿੱਚ ਸਵਿਸ ਗਵਰਨਮੈਂਟ ਇੱਕ ਬਿੱਲ ਪਾਸ ਕਰਦੀ ਆ, ਸਵਿਸ ਬੈਂਕਿੰਗ ਐਕਟ ਆਫ 1934। ਸਵਿਟਜ਼ਰਲੈਂਡ 'ਚ ਇਹ ਕਾਨੂੰਨ ਬਣਾ ਦਿੱਤਾ ਗਿਆ ਸੀ ਕਿ ਕਿਸੇ ਵੀ ਅਕਾਊਂਟ ਹੋਲਡਰ ਦੀ ਕੋਈ ਵੀ ਫਾਈਨੈਂਸ਼ੀਅਲ ਇਨਫੋਰਮੇਸ਼ਨ ਉਸ ਦੀ ਪਰਮਿਸ਼ਨ ਤੋਂ ਬਿਨਾਂ ਸ਼ੇਅਰ ਕਰਨੀ ਜਾਂ ਲੀਕ ਕਰਨੀ ਇੱਕ ਕਾਨੂੰਨੀ ਜੁਰਮ ਬਣਾ ਦਿੱਤਾ ਗਿਆ ਸੀ। ਸੋ ਇਹ ਸੀ ਸਵਿਸ ਬੈਂਕਸ ਦੀ ਹਿਸਟਰੀ। ਆਪਾਂ ਦੇਖਿਆ ਕਿ ਕਿਵੇਂ ਬੈਂਕਿੰਗ ਸੀਕ੍ਰੇਸੀ ਤੇ ਇੰਟਰਨੈਸ਼ਨਲ ਨਿਊਟਰੈਲਿਟੀ ਕਰਕੇ ਸਵਿਸ ਬੈਂਕਸ ਅੱਜ ਕਿੰਨੇ ਮਜ਼ਬੂਤ ਹੋ ਗਏ। ਹੁਣ ਗੱਲ ਕਰਦੇ ਹਾਂ ਇੰਟਰਸਟ ਰੇਟਸ ਦੀ ਜਾਂ ਵਿਆਜ ਦੀ। ਸਵਿਸ ਬੈਂਕਸ ਤੁਹਾਨੂੰ ਤੁਹਾਡਾ ਪੈਸਾ ਇੱਥੇ ਰੱਖਣ ਲਈ ਬਹੁਤ ਵਿਆਜ ਦਿੰਦਾ। ਜਸਟ ਕਿਡਿੰਗ। ਸਵਿਸ ਬੈਂਕਸ ਤੁਹਾਨੂੰ ਤੁਹਾਡਾ ਪੈਸਾ ਇੱਥੇ ਰੱਖਣ ਲਈ ਨੈਗੇਟਿਵ ਇੰਟਰਸਟ ਰੇਟ ਚਾਰਜ ਕਰਦਾ, ਯਾਨੀ ਕਿ ਤੁਹਾਡਾ ਪੈਸਾ ਸਾਂਭਣ ਲਈ ਸਵਿਸ ਬੈਂਕ ਤੁਹਾਡੇ ਤੋਂ ਹੀ ਪੈਸੇ ਲੈਂਦਾ। ਸਿਰਫ ਬਲੈਕ ਮਨੀ ਹੀ ਕਾਰਨ ਨੀਗਾ ਵੀ ਸਵਿਸ ਬੈਂਕਸ 'ਚ ਪੈਸਾ ਸਟੋਰ ਕਰਨ ਦਾ। ਹੁਣ ਜਿਹੜੇ ਦੇਸ਼ਾਂ ਵਿੱਚ ਸਰਕਾਰਾਂ ਇੰਨੀਆਂ ਸਟੇਬਲ ਨਹੀਂ ਗਈਆਂ ਤੇ ਬੈਂਕਿੰਗ ਤੇ ਲੋਕਾਂ ਨੂੰ ਇੰਨਾ ਭਰੋਸਾ ਨਹੀਂਗਾ, ਉਹ ਕੰਟਰੀਜ਼ ਦੇ ਲੋਕ ਵੀ ਆਪਦਾ ਪੈਸਾ ਸਵਿਸ ਬੈਂਕਸ 'ਚ ਸਟੋਰ ਕਰਨਾ ਪਸੰਦ ਕਰਦੇ ਨੇ। ਫੋਰ ਐਗਜ਼ਾਮਪਲ ਲਾ ਲਓ ਜਿਵੇਂ ਕੰਟਰੀਜ਼ ਹੋ ਗਈਆਂ ਸੀਰੀਆ, ਸੋਮਾਲੀਆ,
ਯੇਮਨ ਤੇ ਹੁਣ ਜਿਵੇਂ ਪਾਕਿਸਤਾਨ, ਜਿਵੇਂ ਹੁਣ ਰਸ਼ੀਆ ਤੇ ਯੂਕਰੇਨ ਦਾ ਵਾਰ ਚੱਲ ਰਿਹਾ, ਦੋਵੇਂ ਕੰਟਰੀਜ਼ 'ਚ ਸਿਚੁਏਸ਼ਨ ਅਨਸਟੇਬਲ ਆ, ਤਾਂ ਇੱਥੋਂ ਦੇ ਅਮੀਰ ਲੋਕ ਵੀ ਆਪ ਦਾ ਪੈਸਾ ਸਵਿਸ ਬੈਂਕਸ 'ਚ ਸ਼ਿਫਟ ਕਰ ਰਹੇ ਆ। ਚਲੋ ਹੁਣ ਗੱਲ ਕਰਦੇ ਆਂ ਵੀ ਇੱਥੇ ਖਾਤਾ ਖੁਲਾਉਣ ਦਾ ਪ੍ਰੋਸੀਜਰ ਕੀ ਹੈ। ਹੁਣ ਸਵਿਸ ਬੈਂਕਸ 'ਚ ਮੇਨਲੀ ਦੋ ਤਰ੍ਹਾਂ ਦੇ ਅਕਾਊਂਟਸ ਖੋਲਦੇ ਨੇ, ਇੱਕ ਨਾਰਮਲ ਅਕਾਊਂਟਸ ਤੇ ਇੱਕ ਨੰਬਰਡ ਅਕਾਊਂਟਸ। ਜੋ ਨਾਰਮਲ ਅਕਾਊਂਟਸ ਨੇ ਇਹ ਕੋਈ ਵੀ ਖੁਲਵਾ ਸਕਦਾ, ਬਸ ਤੁਹਾਨੂੰ ਕੁਝ ਸ਼ਰਤਾਂ ਪੂਰੀਆਂ ਕਰਨ ਦੀ ਲੋੜ ਆ। ਜਿਵੇਂ ਤੁਹਾਡੀ ਮਿਨੀਮਮ ਏਜ 18 ਸਾਲ ਹੋਣੀ ਚਾਹੀਦੀ ਆ, ਇੱਕ ਕੰਟਰੀ ਦਾ ਵੈਲਿਡ ਪਾਸਪੋਰਟ ਹੋਣਾ ਚਾਹੀਦਾ ਤੇ ਘੱਟੋ ਘੱਟ 10 ਲੱਖ ਸਵਿਸ ਫਰੈਂਕ ਤੁਹਾਨੂੰ ਜਮ੍ਹਾਂ ਕਰਨੇ ਪੈਣਗੇ। ਨਾਲ ਇਹ ਤੁਹਾਡੇ ਤੋਂ ਤੁਹਾਡੀ ਸੋਰਸ ਆਫ ਇਨਕਮ ਦਾ ਵੀ ਪ੍ਰੂਫ ਲੈਂਦੇ ਆ ਤੇ ਇੱਕ ਤੁਹਾਡੇ ਤੋਂ ਰੈਜ਼ਿਊਮੇ ਵੀ ਸਬਮਿਟ ਕਰਾਉਂਦੇ ਆ, ਜਿਹਦੇ 'ਚ ਤੁਹਾਡੀ ਜੌਬ ਹਿਸਟਰੀ ਤੋਂ ਲੈ ਕੇ ਹੋਰ ਕਈ ਚੀਜ਼ਾਂ ਬਾਰੇ ਪੁੱਛਦੇ ਆ। ਇਹ ਸੀਗੇ ਨਾਰਮਲ ਅਕਾਊਂਟਸ ਜੋ ਤੁਸੀਂ ਘਰ ਬੈਠੇ ਆਨਲਾਈਨ ਵੀ ਖੁਲਵਾ ਸਕਦੇ ਹੋ। ਬਟ ਇਹ ਸਵਿਸ ਬੈਂਕਸ ਜ਼ਿਆਦਾ ਫੇਮਸ ਆ ਇਹਨਾਂ ਦੇ ਨੰਬਰਡ ਅਕਾਊਂਟਸ ਲਈ। ਇਹਦਾ ਮਤਲਬ ਕੀ ਆ ਵੀ ਇਸ ਅਕਾਊਂਟ ਵਿੱਚ ਤੁਹਾਨੂੰ ਸਿਰਫ ਇੱਕ ਨੰਬਰ ਦੇਣਗੇ। ਇਹਦੇ ਵਿੱਚ ਨਾ ਤੁਹਾਡਾ ਨੇਮ ਰਿਵੀਲ ਹੋਊਗਾ, ਨਾ ਕੋਈ IFSC ਕੋਡ, ਨਾ ਕੋਈ ਬ੍ਰਾਂਚ ਕੋਡ ਜਾਂ ਤੁਹਾਡੀ ਕੋਈ ਪਰਸਨਲ ਡਿਟੇਲ, ਕੁਝ ਵੀ ਨਹੀਂ। ਬਸ ਇੱਕ ਨੰਬਰ ਹੋਊਗਾ ਤੇ ਉਹਦੇ ਤੇ ਸਾਰਾ ਲੈਣ ਦੇਣ ਹੋਊਗਾ। ਇਹ ਨੰਬਰਡ ਅਕਾਊਂਟਸ ਖੁਲਾਉਣੇ ਥੋੜੇ ਜਿਹੇ ਔਖੇ, ਕਿਉਂਕਿ ਇਹਦੇ ਲਈ ਤੁਹਾਨੂੰ ਫਿਜ਼ੀਕਲੀ ਬੈਂਕ 'ਚ ਜਾਣਾ ਪੈਂਦਾ ਤੇ ਪਲੱਸ ਇਹਦਾ ਵੈਰੀਫਿਕੇਸ਼ਨ ਪ੍ਰੋਸੀਜਰ ਵੀ ਬਹੁਤ ਲੰਮਾ। ਚਲੋ ਹੁਣ ਗੱਲ ਕਰਦੇ ਹਾਂ ਸਟੋਰੇਜ ਦੀ। ਕਰੰਸੀ ਡਿਜੀਟਲ ਫਾਰਮ 'ਚ ਸਟੋਰ ਕੀਤੀ ਜਾ ਸਕਦੀ ਆ, ਬਟ ਜੋ ਸੋਨਾ, ਹੀਰੇ ਤੇ ਮਹਿੰਗੀਆਂ ਪੇਂਟਿੰਗਸ ਤੇ ਆਰਟੀਫੈਕਟਸ ਆ, ਉਹਨਾਂ ਨੂੰ ਸਟੋਰ ਕਰਨ ਲਈ ਸਵਿਸ ਬੈਂਕਸ ਕੋਲ ਸਪੈਸ਼ਲ ਬੰਕਰਸ ਨੇ, ਜੋ ਜਾਂ ਤਾਂ ਅੰਡਰਗਰਾਉਂਡ ਨੇ ਜਾਂ ਸਵਿਸ ਪਹਾੜੀਆਂ 'ਚ ਬਣੇ ਹੋਏ ਨੇ। ਇਹ ਬੰਕਰਸ ਕਿਸੇ ਵੇਲੇ ਮਿਲਟਰੀ ਯੂਜ਼ ਕਰਦੀ ਸੀ ਤੇ ਸਵਿਸ ਬੈਂਕਸ ਨੇ ਇਹ ਮਿਲਟਰੀ ਤੋਂ ਖਰੀਦ ਲਏ। ਬੰਕਰਸ ਨੂੰ ਰੋਡ ਰਾਹੀਂ ਐਕਸੈਸ ਨਹੀਂ ਕੀਤਾ ਜਾ ਸਕਦਾ। ਇਹ ਬੰਕਰਸ ਤੱਕ ਜਾਣ ਲਈ ਤੁਹਾਨੂੰ ਜਾਂ ਤਾਂ ਹੈਲੀਕਾਪਟਰ ਚਾਹੀਦਾ ਜਾਂ ਜਹਾਜ਼। ਹੁਣ ਇਹ ਬੰਕਰਸ ਵਿੱਚ ਵਾਲਸ ਬਣੇ ਹੋਏ ਨੇ ਜੋ ਅਮੀਰ ਲੋਕ ਰੈਂਟ ਕਰਦੇ ਨੇ ਤੇ ਇੱਕ ਬੰਕਰ ਦਾ ਰੈਂਟ ਅਰਾਊਂਡ 5 ਤੋਂ 6 ਕਰੋੜ ਹੁੰਦਾ। ਹੁਣ ਸੋਚੋ ਵੀ ਜਿਹੜਾ ਬੰਦਾ ਸਾਲ ਦਾ 5-6 ਕਰੋੜ ਸਿਰਫ ਰੈਂਟ ਦੇ ਰਿਹਾ, ਉਹ ਵਿੱਚ ਕਿੰਨਾ ਪੈਸਾ ਸਟੋਰ ਕਰ ਰਿਹਾ ਹੋਊਗਾ। ਚਲੋ ਹੁਣ ਗੱਲ ਕਰਦੇ ਹਾਂ ਭਾਰਤੀ ਪੈਸੇ ਦੀ, ਜੋ ਇਹ ਸਵਿਸ ਬੈਂਕਸ ਵਿੱਚ ਪਿਆ ਹੋਇਆ। 2014 ਚ ਮੋਦੀ ਸਰਕਾਰ ਨੇ ਬਹੁਤ ਵਾਅਦੇ ਕੀਤੇ ਕਿ ਸਵਿਸ ਬੈਂਕਸ ਦਾ ਸਾਰਾ ਕਾਲਾ ਧਨ ਵਾਪਸ ਲੈ ਕੇ ਆਂਦਾ ਜਾਊਗਾ ਇੰਡੀਆ। ਇਹ ਉਹੀ 15-15 ਲੱਖ ਹੈ ਜਿਹੜੇ ਮੋਦੀ ਸਰਕਾਰ ਨੇ ਪ੍ਰੋਮਿਸ ਕੀਤੇ ਸੀ ਦੇਣ ਲਈ। साल के भीतर दुनिया के किसी भी कोने में हिंदुस्तान की लूट का माल पड़ा होगा, वो हम वापिस लाया करेंगे, गरीबों में बांट के रहेंगे। 2014 ਚ OECD ਨਾਮ ਦੀ ਇੱਕ ਆਰਗੇਨਾਈਜੇਸ਼ਨ ਇੱਕ ਡੈਕਲੇਰੇਸ਼ਨ ਬਣਾਉਂਦੀ ਆ, ਜਿਹਨੂੰ ਸਾਈਨ ਕਰਨ ਵਾਲੇ ਮੈਂਬਰਸ ਇੱਕ ਦੂਜੇ ਨਾਲ ਆਪਣੀ ਟੈਕਸ ਪੇਅਰਸ ਦੀ ਫਾਈਨੈਂਸ਼ੀਅਲ ਇਨਫੋਰਮੇਸ਼ਨ ਸ਼ੇਅਰ ਕਰਨਗੇ। 2018 ਚ ਇਹ ਲਾਗੂ ਹੁੰਦੀ ਹੈ ਤੇ 2022 ਤੱਕ ਸਵਿਟਜ਼ਰਲੈਂਡ ਵੱਲੋਂ 4 ਲਿਸਟ ਆਉਂਦੀਆਂ, ਜਿਨ੍ਹਾਂ ਵਿੱਚ ਇੰਡੀਅਨਸ ਦਾ ਨਾਮ ਆਉਂਦਾ ਜਿਨ੍ਹਾਂ ਦੇ ਖਾਤੇ ਸਵਿਟਜ਼ਰਲੈਂਡ ਦੇ ਬੈਂਕਸ 'ਚ। ਹੁਣ ਇਹ ਲਿਸਟ ਆਉਣ ਦੇ ਬਾਵਜੂਦ ਵੀ ਇੰਡੀਆ 'ਚ 1 ਰੁਪਿਆ ਨਹੀਂ ਆਇਆ ਇਹ ਬਲੈਕ ਮਨੀ ਦਾ, ਕਿਉਂਕਿ ਇਨਫੋਰਮੇਸ਼ਨ ਸ਼ੇਅਰ ਕਰਨੀ ਤੇ ਫੰਡਸ ਟ੍ਰਾਂਸਫਰ ਕਰਨੀ ਦੋ ਅਲੱਗ-ਅਲੱਗ ਗੱਲਾਂ ਸੀ। ਤੇ ਇਹ ਜੋ ਡੈਕਲੇਰੇਸ਼ਨ ਸਾਈਨ ਹੋਈ ਸੀ, ਇਹ ਸਿਰਫ ਇਨਫੋਰਮੇਸ਼ਨ ਸ਼ੇਅਰ ਕਰਨ ਦੀ ਹੋਈ ਸੀ, ਕੋਈ ਫੰਡਸ ਵਾਪਸ ਮੋੜਨ ਦੀ ਨਹੀਂ। ਹੁਣ ਇਹ ਲਿਸਟਾਂ ਵਿੱਚ ਸਿਰਫ ਉਹ ਲੋਕਾਂ ਦੇ ਨਾਮ ਸੀ ਜਿਨ੍ਹਾਂ ਨੇ ਐਜ਼ ਅ ਇੰਡੀਅਨ ਸਿਟੀਜ਼ਨ ਬਣ ਕੇ ਸਵਿਸ ਬੈਂਕਸ 'ਚ ਅਕਾਊਂਟ ਖੁਲਵਾਏ ਸੀ। ਬਟ ਵੱਡੇ ਮਗਰਮੱਛ ਤਾਂ ਉਹ ਸੀਗੇ ਜਿਨ੍ਹਾਂ ਨੇ ਆਪਦੀਆਂ ਹੋਲਡਿੰਗ ਕੰਪਨੀਜ਼ ਯੂਜ਼ ਕਰਕੇ ਜਾਂ ਕਿਸੇ ਨਿੱਕੇ ਮੋਟੇ ਦੇਸ਼ ਦੀ ਸਿਟੀਜ਼ਨਸ਼ਿਪ ਲੈ ਕੇ ਅਕਾਊਂਟਸ ਖੁਲਵਾਏ ਸੀ। ਹੁਣ ਉਹ ਇਸ ਡੈਕਲੇਰੇਸ਼ਨ ਅੰਡਰ ਨਹੀਂ ਆਉਂਦੇ ਤੇ ਉਹ ਇਸ ਚੀਜ਼ ਤੋਂ ਸਿੱਧਾ ਬਚ ਗਏ। ਹੁਣ ਇਹ ਲਿਸਟ ਆਉਣ ਤੋਂ ਬਾਅਦ ਸਾਰਿਆਂ ਨੂੰ ਲੱਗਿਆ ਵੀ ਹੁਣ ਸ਼ਾਇਦ ਸਵਿਸ ਬੈਂਕਸ 'ਚ ਇੰਡੀਆ ਤੋਂ ਫੰਡਸ ਜਾਣੇ ਘਟ ਜਾਣਗੇ। ਬਟ ਪਿਛਲੇ 13 ਸਾਲਾਂ 'ਚ ਇੰਡੀਅਨਸ ਨੇ ਆਪਦੇ ਸਾਰੇ ਰਿਕਾਰਡਸ ਤੋੜਤੇ ਸਵਿਸ ਬੈਂਕਸ 'ਚ ਪੈਸੇ ਜਮ੍ਹਾਂ ਕਰਾਉਣ ਦੇ। 2021 ਤੱਕ ਇੰਡੀਆ ਦਾ ਤਕਰੀਬਨ 20,700 ਕਰੋੜ ਰੁਪਇਆ ਇਸ ਸਵਿਸ ਬੈਂਕਸ 'ਚ ਪਿਆ ਗਿਆ ਤੇ ਇਹ ਉਹ ਪੈਸਾ ਹੈਗਾ ਜਿਹੜਾ ਡਾਕੂਮੈਂਟਡ ਕੀਤਾ ਗਿਆ ਉਹ ਡੈਕਲੇਰੇਸ਼ਨ ਥਰੂ। ਇਸ ਤੋਂ ਵੀ 3 ਜਾਂ 4 ਗੁਣਾ ਜ਼ਿਆਦਾ ਪੈਸਾ ਹੋ ਸਕਦਾ ਇੰਡੀਆ ਦਾ ਇਹ ਸਵਿਸ ਬੈਂਕਸ 'ਚ। ਸੋ ਇਹ ਸੀ ਦੋਸਤੋ ਅੱਜ ਦੀ ਵੀਡੀਓ। ਆਈ ਹੋਪ ਤੁਹਾਨੂੰ ਇਹ ਵੀਡੀਓ ਤੋਂ ਕੁਝ ਵੈਲਿਊ ਮਿਲੀ ਹੋਵੇ। ਪਲੀਜ਼ ਆਪਦਾ ਵੈਲਿਊਬਲ ਫੀਡਬੈਕ ਜ਼ਰੂਰ ਦੇ ਕੇ ਜਾਇਓ ਐਂਡ ਆਪਾਂ ਮਿਲਦੇ ਹਾਂ ਅਗਲੀ ਵੀਡੀਓ 'ਚ।